यार तुम फोकस तो ਤੁਹਾਨੂੰ ਆਪੇ ਹੀ ਕਰਨਾ ਪੈਣਾ। ਉਹਦੇ ਲਈ ਕੋਈ ਨਹੀਂ ਆਉਣ ਵਾਲਾ। ਕੋਈ ਤੁਹਾਨੂੰ ਤੁਸੀਂ YouTube ਤੇ ਮੋਟੀਵੇਸ਼ਨ ਵੇਖ ਲਓ, ਕਿੰਨੇ ਦਿਹਾੜੇ ਕੰਮ ਕਰ ਲੋਗੇ, 2 3। ਤੁਹਾਨੂੰ ਸਮਝਣਾ ਪੈਣਾ ਕਿ ਜੇ ਤੁਸੀਂ ਮਿਹਨਤ ਨਹੀਂ ਕਰੋਗੇ ਤੇ ਤੁਹਾਡਾ ਅੱਗੇ ਜ਼ਿੰਦਗੀ ਕੁਝ ਨਹੀਂ ਬਦਲਣਾ। ऐसा कुछ नहीं जो तुम अचीव नहीं कर सकते। मैनू लगता है ऐसा कुछ नहीं जो तुम अचीव नहीं कर सकते। एक बार बैठो, मन बढ़ा लो। सफरिंग्स, यू हैव टू गो थ्रू सफरिंग्स, एज बुद्धा सेज, लाइफ इज फुल ऑफ सफरिंग। ਅਸੀਂ ਜਦੋਂ ਵੀ ਕਸ਼ਮੀਰ ਦੀ ਇਸ ਧਰਤੀ ਦੇ ਵਿੱਚ ਰਹਿੰਦੇ ਹਾਂ ਤੇ ਆਪਣੇ ਪਰਿਵਾਰ ਦੇ ਵਿੱਚੋਂ ਕੋਈ ਵੀ ਉਪਲਬਧੀ ਜਾਂ ਦੁੱਖ ਸੁੱਖ ਸਾਡਾ ਸਾਰਿਆਂ ਦਾ ਸਾਂਝਾ ਬਣਦਾ ਹੈ। ਅੱਜ ਸਾਡੇ ਪਰਿਵਾਰ ਦੇ ਵਿੱਚ ਇੱਕ ਹੋਰ ਖੁਸ਼ੀ ਇੱਥੇ ਪਹੁੰਚੀ ਹੈ ਜੋ ਤੁਹਾਡੇ ਨਾਲ ਆਪਾਂ ਸਾਂਝੀ ਕਰਨ ਜਾ ਰਹੇ ਹਾਂ। ਤੇ ਉਸ ਤੋਂ ਪਹਿਲਾਂ ਆਓ ਆਪ ਸਾਰੀ ਸੰਗਤਾਂ ਦਾ ਸਵਾਗਤ ਕਰਕੇ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵੇਖ ਰਹੇ ਹੋ ਜੀ ਵਿਰਸਾ ਚੈਨਲ ਦਾਸ ਪ੍ਰਭਜੋਤ ਸਿੰਘ। ਸੰਗਤ ਜੀ, ਪਿਛਲੇ ਦਿਨ ਹੀ ਆਪ ਸਾਰਿਆਂ ਨੂੰ ਪਤਾ ਹੈ ਕਿ JKKS ਦਾ ਜੋ ਰਿਜ਼ਲਟ ਨਿਕਲਿਆ ਹੈ, ਹਮੇਸ਼ਾ ਹੀ ਤਰਾਂਗ ਸਾਡੀ ਰਹਿੰਦੀ ਹੈ ਕਿ ਸਾਡੇ ਸਿੱਖ ਪਰਿਵਾਰਾਂ ਦੇ, ਕਸ਼ਮੀਰ ਸਿੱਖ ਪਰਿਵਾਰ ਦੇ ਬੱਚੇ ਉਹ ਉਸ ਮੁਕਾਮ ਤੱਕ ਪਹੁੰਚਣ ਔਰ ਵੱਡੇ ਵੱਡੇ ਉਪਲਬਧੀਆਂ ਨੂੰ ਹਾਸਲ ਕਰਕੇ ਜਿੱਥੇ ਪੰਥ ਦੀ ਸੇਵਾ ਉੱਥੇ ਸਮਾਜ ਦੀ ਸੇਵਾ ਪੂਰਨ ਹੀ ਤਤਪਰ ਹੋ ਕੇ ਕਰਨ। ਅਤੇ ਸਾਡੇ ਕੋਲ ਵੀ ਅੱਜ ਇਹੋ ਜਿਹੀ ਉਪਲਬਧੀ ਹਾਸਲ ਹੈ। ਸਾਡੇ ਨਾਲ ਬੈਠੇ ਨੇ ਜੀ, ਮੌਜੂਦ ਨੇ ਸਰਦਾਰ ਤਰਨਜੀਤ ਸਿੰਘ, ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਹੀ JKKS ਦਾ ਜਿਹੜਾ ਹੁਣੇ ਰਿਜ਼ਲਟ ਨਿਕਲਿਆ ਹੈ ਉਹ ਕੁਆਲੀਫਾਈ ਕੀਤਾ ਹੈ। ਅਤੇ ਸਾਡੇ ਲਈ, ਕਸ਼ਮੀਰੀ ਸਿੱਖ ਬਰਾਦਰੀ ਦੇ ਲਈ ਇੱਕ ਬਹੁਤ ਮੈਂ ਸਮਝਦਾ ਹਾਂ ਮਾਣ ਵਾਲੀ ਗੱਲ ਹੈ। ਬੜੇ ਚਿਰਾਂ ਦੇ ਬਾਅਦ ਸਾਨੂੰ ਇਹ ਸੁਭਾਗ ਪ੍ਰਾਪਤ ਹੋਇਆ ਹੈ ਔਰ ਐਡਮਿਨਿਸਟ੍ਰੇਸ਼ਨ ਲੈਵਲ 'ਤੇ ਸਾਡੇ ਐਸੇ ਗੁਰਸਿੱਖ ਨੌਜਵਾਨ ਵੀਰ ਭੈਣ ਜਦੋਂ ਪਹੁੰਚਦੇ ਨੇ ਤਾਂ ਇਹ ਪੂਰੀ ਹੀ ਬਰਾਦਰੀ ਦੇ ਲਈ, ਪੂਰੇ ਪੰਥਕ ਤੌਰ 'ਤੇ ਇਹ ਮਾਣ ਸਾਡਾ ਬਣਦਾ ਹੈ। ਅਤੇ ਅੱਜ ਇਸ ਨੂੰ ਮੁੱਖ ਰੱਖ ਕੇ ਇਹਨਾਂ ਦੇ ਨਾਲ ਇਹਨਾਂ ਦੀ ਇਸ ਸਫ਼ਰ ਬਾਰੇ ਵਿਚਾਰਾਂ ਕਰਨ ਦੇ ਲਈ ਅਸੀਂ ਇਹਨਾਂ ਨਾਲ ਮਿਲੇ ਹਾਂ ਜੀ। ਸਭ ਤੋਂ ਪਹਿਲਾਂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਤੇ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਸਮੇਂ ਵਿੱਚੋਂ ਕੁਝ ਕੁ ਸਮਾਂ ਜਿਹੜਾ ਬਖਸ਼ਿਆ ਹੈ ਕਿ ਆਪਾਂ ਇਸ ਗੱਲ ਦੀ ਵਿਚਾਰ ਕਰੀਏ। ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੂਰੀ ਹੀ ਕਸ਼ਮੀਰ ਸਿੱਖ ਬਰਾਦਰੀ ਵੱਲੋਂ, ਵਿਰਸਾ ਚੈਨਲ ਕਸ਼ਮੀਰ ਦੀ ਟੀਮ ਵੱਲੋਂ ਆਪ ਜੀ ਨੂੰ ਬਹੁਤ ਹੀ ਵਧਾਈਆਂ ਹੋਣ ਕਿ ਆਪ ਜੀ ਨੇ ਆਪਣੀ ਮਿਹਨਤ ਦਾ ਸਦਕਾ ਇਹ ਜੋ ਮੁਕਾਮ ਹਾਸਲ ਕੀਤਾ ਹੈ। ਅਤੇ ਅੱਜ ਹਰ ਇੱਕ ਕਸ਼ਮੀਰ ਦਾ ਹਰ ਇੱਕ ਸਿੱਖ ਪਰਿਵਾਰ ਉਹ ਆਪਣੇ ਅੰਦਰੋਂ ਇਹ ਖੁਸ਼ੀ ਲੈ ਕੇ ਬੈਠਾ ਹੈ ਕਿਉਂਕਿ ਉਹਨਾਂ ਪਰਿਵਾਰ ਦੇ ਵਿੱਚੋਂ ਤੁਸੀਂ ਜਿਸ ਦੇ ਨਾਲ ਚੱਲ ਰਹੇ ਹੋ। ਅਤੇ ਤੁਹਾਡੇ ਪਰਿਵਾਰ ਨੂੰ ਵੀ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੇ ਅੱਜ ਜਿਹਨਾਂ ਦੀ ਝੋਲੀ ਖੁਸ਼ੀ ਪਈ ਹੈ ਜੀ। ਫਿਰ ਤੋਂ ਇੱਕ ਵਾਰ ਤੁਹਾਨੂੰ ਵਧਾਈਆਂ ਦਿੰਦੇ ਹਾਂ ਜੀ। ਕਿਸ ਤਰ੍ਹਾਂ ਦਾ ਸਫ਼ਰ ਰਿਹਾ ਤਰਨਜੀਤ ਸਿੰਘ ਜੀ? ਤੁਸੀਂ ਮੇਰੇ ਨਾਲ ਹੁਣੇ ਵੀ ਗੱਲ ਕਰ ਰਹੇ ਸੀ, ਕਿਸ ਤਰ੍ਹਾਂ ਤੁਸੀਂ ਇਹਦੀ ਤਿਆਰੀ ਬਾਰੇ ਸੋਚਿਆ ਅਤੇ ਕਿੰਨੇ ਕੁ ਅਟੈਂਪਟ ਤੁਸੀਂ ਦੇ ਕੇ ਫਿਰ ਅੱਜ ਜਿਹੜੇ ਇੱਥੇ ਪਹੁੰਚੇ ਹੋ ਜੀ? ਸਾਰਿਆਂ ਤੋਂ ਪਹਿਲੇ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਅਤੇ ਵਾਹਿਗੁਰੂ ਜੀ ਦੀ ਫਤਿਹ। ਮੇਰਾ ਨਾਮ ਤਰਨਜੀਤ ਸਿੰਘ ਹੈ ਅਤੇ ਮੈਂ ਵਾਹਿਗੁਰੂ ਦੀ ਮਿਹਰ ਨਾਲ ਇਸ ਵਾਰ 66 ਰੈਂਕ ਹਾਸਲ ਕੀਤੀ। ਅਤੇ ਮੇਰਾ ਸਫ਼ਰ ਸ਼ੁਰੂ ਹੋਇਆ ਲਗਭਗ ਤੁਸੀਂ ਮੰਨ ਲਓ ਮੇਰੇ 3rd ਈਅਰ 'ਚ, ਜਦੋਂ 2019 ਦਾ ਸਮਾਂ ਸੀ। ਮੈਂ ਡਿਸਾਈਡ ਕੀਤਾ ਕਿ ਇਸ ਟਾਈਮ 'ਤੇ ਸਾਰੇ ਲਾਈਕ ਦਿਸ ਇਜ਼ ਅ ਸਟੇਜ ਲਈ ਸਾਰੇ ਡਿਸਾਈਡ ਕਰਦੇ ਨੇ ਕਿ ਅੱਗੇ ਕੀ ਕਰਨਾ ਜ਼ਿੰਦਗੀ 'ਚ। ਅਤੇ ਉਸ ਵਕਤ ਮੈਂ ਡਿਸਾਈਡ ਕੀਤਾ ਕਿ ਕੁਛ ਕਰ ਲੈਂਦੇ ਹਾਂ, ਵੱਡਾ ਕਰ ਲੈਂਦੇ ਹਾਂ ਕੁਛ। BA ਕਿਹਦੇ ਵਿੱਚ ਪਰਸਿਊ ਕਰ? ਸਭ ਤੋਂ ਪਹਿਲੇ ਮੈਂ ਕਰੀ ਗ੍ਰੈਜੂਏਸ਼ਨ BCom 'ਚ SPMR ਕਾਲਜ ਜੰਮੂ ਤੋਂ। ਉਹ ਵਾਲਾ ਲਾਸਟ ਈਅਰ ਚੱਲ ਰਿਹਾ ਸੀ। ਉਸ ਟਾਈਮ 'ਤੇ ਸਾਰੇ ਡਿਸਾਈਡ ਕਰਨ ਪੈਂਦੇ ਆ ਅਤੇ ਮੈਂ ਕੀਤਾ ਡਿਸਾਈਡ ਕਿ ਆਪਾਂ ਸਿਵਲ ਸਰਵਿਸਿਜ਼ ਦੇ ਵੱਲ ਜਾਵਾਂਗੇ। ਅਤੇ ਮੇਰੀ ਕੁਆਲੀਫਿਕੇਸ਼ਨ ਹੋਈ ਗ੍ਰੈਜੂਏਸ਼ਨ ਦੀ ਲਗਭਗ ਤੁਸੀਂ ਸਮਝ ਲਓ ਨਵੰਬਰ 2020 'ਚ। ਨਵੰਬਰ 2021 ਤੋਂ ਮੈਂ ਤਿਆਰੀ ਸ਼ੁਰੂ ਕਰ ਦਿੱਤੀ ਇਸ ਦੀ। ਅਤੇ ਉਸ ਟਾਈਮ ਨੋਟੀਫਿਕੇਸ਼ਨ ਵੀ ਨਿਕਲ ਆਈ। ਪਹਿਲੀ ਨੋਟੀਫਿਕੇਸ਼ਨ ਜਿਹੜੀ ਕੱਢੀ ਸੀ JKPSC ਵਾਲਿਆਂ ਨੇ ਅਰਾਊਂਡ 2021 'ਚ। ਅਤੇ ਉਸ ਟਾਈਮ ਪ੍ਰੈਪਰੇਸ਼ਨ ਵੀ ਥੋੜ੍ਹੀ ਛੋਟੀ ਸ਼ੁਰੂ ਕਰ ਦਿੱਤੀ। ਉਸ ਟਾਈਮ ਮੈਂ ਦਿੱਲੀ ਯੂਨੀਵਰਸਿਟੀ 'ਚ ਐਡਮਿਸ਼ਨ ਵੀ ਲੈ ਲਈ। ਦਿੱਲੀ ਯੂਨੀਵਰਸਿਟੀ 'ਚ ਮੈਨੂੰ ਕਾਫੀ ਬੱਚੇ ਮਿਲੇ ਜੋ UPSC ਲਈ ਪ੍ਰੀਪੇਅਰ ਕਰ ਰਹੇ ਸਨ। ਐਜ਼ ਅ PG ਤੁਸੀਂ ਉੱਥੇ? ਐਜ਼ ਅ PG ਮਾਸਟਰਸ ਮੈਂ ਕਰੀ ਇੱਥੇ ਡਿਪਾਰਟਮੈਂਟ ਆਫ ਕਾਮਰਸ, ਦਿੱਲੀ ਸਕੂਲ ਆਫ ਇਕੋਨੋਮਿਕਸ DU ਤੋਂ। ਅਤੇ ਉਸ ਟਾਈਮ ਕਾਫੀ ਬੱਚੇ ਪ੍ਰੀਪੇਅਰ ਕਰ ਰਹੇ ਸੀ ਉੱਥੇ। ਅਤੇ ਮੈਂ ਉਹਨਾਂ ਕੋਲੋਂ ਪੁੱਛਿਆ ਕਿ ਕਿੱਦਾਂ ਪ੍ਰੀਪੇਅਰ ਕਰੀਦਾ ਇਸ ਦੇ ਬਾਰੇ। ਐਂਡ ਦੇ ਟੌਟ ਮੀ ਲਾਈਕ ਦਿਸ ਇਜ਼ ਹਾਊ ਯੂ ਹੈਵ ਟੂ ਪ੍ਰੀਪੇਅਰ, ਥੀਜ਼ ਆਰ ਦ ਸਟੈਪਸ ਦੈਟ ਯੂ ਹੈਵ ਟੂ ਟੇਕ। ਅਤੇ ਮੈਂ UPSC ਵੀ ਨਾਲ ਸ਼ੁਰੂ ਕਰਤਾ ਪ੍ਰੀਪੇਅਰ ਕਰਨ। ਅਤੇ ਸਭ ਤੋਂ ਪਹਿਲਾ ਸਟੈਪ ਜੇ ਤੁਸੀਂ ਸ਼ੁਰੂ ਕਰਦੇ ਹੋ ਸਿਵਲ ਸਰਵਿਸ ਲਈ, ਸਭ ਤੋਂ ਪਹਿਲਾ ਸਟੈਪ ਹੁੰਦਾ ਕਿ ਤੁਸੀਂ ਆਪਸ਼ਨਲ ਕਿਹੜਾ ਚੁਣੋਗੇ। ਅਤੇ ਮੇਰਾ ਧਿਆਨ ਥੋੜ੍ਹਾ ਫਿਲੋਸਫੀ ਵੱਲ ਜ਼ਿਆਦਾ ਸੀ।
ਮੈਂ ਸੋਚਿਆ ਕਾਮਰਸ ਐਂਡ ਅਕਾਊਂਟਸ ਲੈ ਸਕਦੇ ਹੋ, ਬਟ ਮੈਂ ਸੋਚਿਆ ਬਹੁਤ ਵੱਡਾ ਹੋ ਜਾਏਗਾ, ਤੇ ਮੈਂ ਸੋਚਿਆ ਕਿ ਥੋੜਾ ਛੋਟਾ ਲੈਂਦੇ ਹਾਂ, ਥੋੜਾ ਕ੍ਰਿਸਪ ਲੈਂਦੇ ਹਾਂ, which I can prepare very easily and that will not be a burden. So I started with the basically that optional philosophy and ਉਦੋਂ ਤੋਂ ਹੀ ਮੇਰੀ ਜਰਨੀ ਸ਼ੁਰੂ ਹੋ ਗਈ. ਬੇਸਿਕਲੀ ਮੈਂ ਕੋਚਿੰਗ ਕਿਧਰੋਂ ਨਹੀਂ ਲਈ ਹੈ ਤੇ ਸੈਲਫ ਸਟੱਡੀ ਕੀਤੀ ਵਾਹ, ਸ਼ੁਰੂ. ਇਹ ਬਹੁਤ ਵੱਡੀ ਗੱਲ ਹੈ ਜੀ ਕਿ ਤੁਸੀਂ ਕੋਚਿੰਗ ਨਹੀਂ ਲਈ. ਅੱਜ ਦੇ ਮਾਹੌਲ ਦੇ ਵਿੱਚ ਜਿੱਥੇ ਅਸੀਂ ਛੋਟੀਆਂ ਹੁੰਦਿਆਂ ਹੀ ਨੇ, ਮੈਂ ਵੇਖ ਰਿਹਾ 3rd 4th ਪੜ੍ਹਦੇ ਹਾਂ, ਹੁਣ ਸਹਾਰਾ ਲੈ ਰਹੇ ਹਾਂ ਤੇ ਸੈਲਫ ਸਟੱਡੀ ਦਾ ਮਿਆਰ ਬਹੁਤ ਘੱਟ ਹੋ ਰਿਹਾ ਹੈ. ਤੁਸੀਂ ਉਸ ਸਮੇਂ ਦੇ ਵਿੱਚ UPSC ਸਿਵਲ ਸਰਵਿਸ ਦੀ ਤਿਆਰੀ ਸੈਲਫ ਸਟੱਡੀ ਕੀਤੀ ਹੈ. ਉੱਥੇ ਦਿੱਲੀ ਹੀ ਬੈਠ ਗਏ? ਨਹੀਂ, ਉਹਲੇ ਕੋਵਿਡ ਦਾ ਸਮਾਂ ਸੀ, ਦਿੱਲੀ 'ਚ ਕਾਲਜ ਚੱਲ ਨਹੀਂ ਸੀ, ਸਾਰਾ ਆਨਲਾਈਨ ਹੋ ਰਿਹਾ ਸੀ ਤੇ ਇੱਥੇ ਹੀ ਆਪਣੇ ਘਰ ਹੀ ਬੈਠ ਕੇ ਸਾਰਾ ਪ੍ਰਿਪੇਅਰ ਕੀਤਾ. ਅੱਜ ਕੱਲ੍ਹ ਵੈਸੇ ਵੀ ਮੈਨੂੰ ਆਪਾਂ ਨੂੰ ਲੱਗਦਾ ਕਿ ਕੋਚਿੰਗ ਨੈਸੈਸਰੀ ਨਹੀਂ ਹੈ, ਜਿੱਥੇ ਤੁਹਾਨੂੰ ਬੜੇ ਬੜੇ ਇੰਸਟੀਟਿਊਸ਼ਨਾਂ 'ਚ ਜਾਣਾ ਪਊਗਾ. 2.5 ਲੱਖ ਦੀ ਫੀਸ ਆ, 3 ਲੱਖ ਦੀ ਫੀਸ ਆ, ਤੇ ਰਿਵਾਰਡਸ ਕੁਝ ਖਾਸ ਨਹੀਂ. ਜੇ ਤੁਸੀਂ 8 ਘੰਟੇ ਆਪ ਹੀ ਪੜ੍ਹ ਲੋਗੇ, ਉਹ ਤਾਂ ਉਹਨਾਂ ਵੀ ਪੜ੍ਹਾਉਣਾ ਹੁੰਦਾ. ਤੁਸੀਂ ਬੁੱਕ ਖੋਲ ਲਓ ਯਾਰ, ਐਸਾ ਤਾਂ ਹੈ ਨਹੀਂ ਕੁਝ ਕਿ ਤੁਹਾਨੂੰ ਸਮਝ ਨਹੀਂ ਆਏਗਾ. 11 12 ਦੀ ਬੁੱਕਾਂ ਪੜ੍ਹਨੀ ਨੇ ਸਾਰੇ NCERT ਦੀਆਂ, ਉਹ ਬਸ ਤੁਹਾਨੂੰ ਉਹ ਥੋੜ੍ਹਾ ਐਸਾ ਦਿਖਾ ਦਿੰਦੇ ਕਿ ਨਹੀਂ ਅਸਤੇ ਬੱਚੇ ਸਿਲੈਕਟ ਹੋਏ ਨੇ, ਬਟ ਤੁਸੀਂ ਵੇਖੋਗੇ ਕਾਫੀ ਬੱਚੇ ਅੱਜ ਕੱਲ੍ਹ ਜਿਹੜੇ ਸੈਲਫ ਸਟੱਡੀ ਕਰਕੇ ਹੀ ਸਿਲੈਕਟ ਹੋ ਰਹੇ ਨੇ. ਤੇ ਆਪਾਂ ਸੈਲਫ ਸਟੱਡੀ ਕੀਤੀ ਤੇ ਆਪਸ਼ਨਲ ਵੀ ਆਪੇ ਪ੍ਰਿਪੇਅਰ ਕੀਤਾ ਤੇ ਸਾਰਾ ਕੁਝ ਵਾਹਿਗੁਰੂ ਦੀ ਮਿਹਰ ਨਾਲ ਹੋ ਗਿਆ. ਤੇ ਪਹਿਲਾ ਅਟੈਂਪਟ ਜਦੋਂ ਮੈਂ ਦਿੱਤਾ ਉਹਲੇ ਮੈਂ ਇੰਟਰਵਿਊ ਸਟੇਜ ਤੱਕ ਪਹੁੰਚ ਗਿਆ, ਬਟ ਮੇਰਾ ਇਤਨਾ ਪ੍ਰਿਪੇਅਰ ਨਹੀਂ ਸੀ. ਮਤਲਬ ਮੈਂ ਕੋਸ਼ਿਸ਼ ਕਰੀ ਸੀ ਆਪਣੇ ਤਰਫੋਂ ਪੂਰੀ, ਬਟ ਪ੍ਰਿਪੇਅਰ ਇੰਨਾ ਨਹੀਂ ਸੀ. ਤੇ ਅਟੈਂਪਟ ਦੇ ਵਿੱਚ ਇੰਟਰਵਿਊ ਸਟੈਪ ਤੱਕ ਤੁਸੀਂ ਪਹੁੰਚ ਗਏ ਸੀ, ਬਟ ਅਰਾਊਂਡ 49-50 ਮਾਰਕਸ ਦਾ ਮੇਰਾ ਰਹਿ ਗਿਆ ਸੀ. ਇਸ ਵਾਰ ਥੋੜੀ ਚੇਂਜ ਕਰੀ, ਉਹਦੇ ਵਿੱਚ ਜਿਹੜਾ ਪਲੈਨਿੰਗ ਸੀ, ਸਟ੍ਰੈਟਜੀ ਥੋੜੀ ਚੇਂਜ ਲਾਈ ਤੇ ਫਾਈਨਲੀ ਅਚੀਵ ਹੋ ਗਿਆ. ਵਾਹਿਗੁਰੂ ਦੀ ਮਿਹਰ ਸੀ ਤੇ ਘਰ ਵਾਲਿਆਂ ਦੀ ਮਿਹਰ ਸੀ, ਮਾਪਿਆਂ ਦੀ ਮਿਹਰ ਸੀ ਤੇ ਫਿਰ ਹੋ ਗਿਆ ਇਹ. ਸੋ ਇੱਕ ਬਹੁਤ ਵੱਡੀ ਤਿਆਰੀ ਤੁਸੀਂ ਕੀਤੀ ਹੈ. ਮੈਂ ਸਮਝਦਾ ਕਿ ਸੈਲਫ ਸਟੱਡੀ ਨੂੰ ਅੱਜ ਤੁਸੀਂ ਤਰਜਮਾ ਦਿੱਤਾ ਔਰ ਜੋ ਅਸੀਂ ਬੜਾ ਗਵਾਚ ਰਹੇ ਹਾਂ, ਕਿਉਂਕਿ ਸੈਲਫ ਸਟੱਡੀ ਦੇ ਵਿੱਚ ਕੀ ਹੁੰਦਾ ਕਿ ਅਸੀਂ ਸਮਝ ਸਕਦੇ ਹਾਂ ਕਿ ਸਾਡੇ ਪੁਆਇੰਟ, ਸਾਡੀ ਕਮਜ਼ੋਰੀਆਂ ਕਿੱਥੇ ਨੇ. ਸਾਨੂੰ ਦੱਸਣ ਵਾਲਾ ਅਸੀਂ ਆਪ ਹੁੰਦੇ ਹਾਂ ਤੇ ਉਹ ਮਿਆਰ ਆਪਾਂ ਕਿਤੇ ਨਾ ਕਿਤੇ ਪਿੱਛੇ ਛੱਡ ਆਇਆ. ਉਹਦੀ ਇੰਪੋਰਟੈਂਸ ਨੂੰ ਤੁਸੀਂ ਅੱਜ ਮੇਰੇ ਖਿਆਲ ਨਾਲ ਸਾਡੇ ਸਾਹਮਣੇ ਰੱਖ ਚੁੱਕੇ ਹੋ. ਤੁਸੀਂ ਉਹਦੀ ਪ੍ਰਤੱਖ ਐਗਜ਼ਾਮਪਲ ਬਣ ਕੇ ਸਾਡੇ ਸਾਹਮਣੇ ਹੋ. ਸੋ ਮੈਂ ਪੁੱਛਣਾ ਚਾਹੁੰਦਾ ਕਿ ਇਸ ਤਿਆਰੀ ਦੇ ਵਿੱਚ ਨਾ ਕਾਫੀ ਵੇਰ ਐਸਾ ਰਹਿੰਦਾ ਕਿ ਸਾਡੇ ਉੱਪਰ ਇੱਕ ਟੈਂਸ ਦਾ ਮਾਹੌਲ ਬਣਦਾ, ਕਿਉਂਕਿ ਮੈਂ ਉਹਨਾਂ ਤੱਕ ਵੀ ਤੁਹਾਡਾ ਇਹ ਸਵਾਲ ਰੱਖਣਾ ਚਾਹੁੰਦਾ ਕਿਉਂਕਿ ਸਾਡੇ ਹੋਰ ਬੱਚੇ ਜਿਹੜੇ ਨੇ ਅੱਜ ਕੰਪੀਟੀਟਿਵ ਐਗਜ਼ਾਮ ਭਾਵੇਂ ਨੀਟ ਹੋਵੇ, JEE ਹੋਵੇ, UPSC ਦੀ ਤਿਆਰੀ ਜਿਹੜੇ ਕਰ ਰਹੇ ਨੇ, ਵੱਡੇ ਪੱਧਰ 'ਤੇ ਕਰ ਰਹੇ ਨੇ, ਕੁਝ ਕੁ ਤਰੁੱਟੀਆਂ ਜਿਹੜੀਆਂ ਰਹਿ ਰਹੀਆਂ ਨੇ, ਫੋਕਸ ਨਹੀਂ ਬਣ ਰਿਹਾ. ਕਿਸ ਤਰ੍ਹਾਂ ਤੁਸੀਂ ਉਹਨੂੰ ਹੁਣ ਸਮਝਦੇ ਹੋ ਕਿ ਲੈ ਵੀ ਤੁਹਾਡਾ ਐਗਜ਼ਾਮਪਲ ਕਿਸ ਤਰ੍ਹਾਂ ਦਾ ਹੈ? ਫੋਕਸ ਯਾਰ, ਫੋਕਸ ਤੁਹਾਨੂੰ ਆਪੇ ਕਰਨਾ ਪੈਣਾ. ਉਹਦੇ ਲਈ ਕੋਈ ਨਹੀਂ ਆਉਣ ਵਾਲਾ. ਕੋਈ ਤੁਸੀਂ YouTube 'ਤੇ ਮੋਟੀਵੇਸ਼ਨ ਵੇਖ ਲਓ, ਕਿੰਨੇ ਦਿਹਾੜੇ ਕੰਮ ਕਰ ਲੋਗੇ, 2-3. ਤੁਹਾਨੂੰ ਸਮਝਣਾ ਪੈਣਾ ਕਿ ਜੇ ਤੁਸੀਂ ਮਿਹਨਤ ਨਹੀਂ ਕਰੋਗੇ ਤੇ ਤੁਹਾਡਾ ਅੱਗੇ ਜ਼ਿੰਦਗੀ ਕੁਛ ਨਹੀਂ ਵਧਣਾ. ਤੁਸੀਂ ਕੋਈ ਵੀ ਫੀਲਡ ਚੁਣ ਲਓ, ਸਿੰਗਿੰਗ ਹੋ ਗਈ, UPSC ਹੋ ਗਿਆ, ਐਡਮਿਨਿਸਟ੍ਰੇਸ਼ਨ ਹੋ ਗਿਆ, ਨੀਟ ਹੋ ਗਿਆ, ਹਰ ਦਿਨ ਬਹਿਣਾ ਤੁਸੀਂ 8 ਤੋਂ 10 ਘੰਟੇ ਕੰਸਿਸਟੈਂਸੀ ਨਾਲ ਪੜ੍ਹਨਾ. ਮੈਂ ਬਿਲਕੁਲ ਨਹੀਂ ਇਹ ਕਹਾਂਗੇ ਤੁਸੀਂ 4-5 ਘੰਟੇ ਪੜ੍ਹ ਲਓ ਤੁਸੀਂ ਪਾਸ ਹੋ ਜਾਓਗੇ, ਐਸਾ ਬਿਲਕੁਲ ਨਹੀਂ ਹੋ ਸਕਦਾ. ਯੂ ਹੈਵ ਟੂ ਵਰਕ ਹਾਰਡ, ਯੂ ਹੈਵ ਟੂ ਵਰਕ ਵਿਦ ਕੰਸਿਸਟੈਂਸੀ. ਹੇਅਰ ਕੰਸਿਸਟੈਂਸੀ ਇਜ਼ ਦਾ ਕੀ. ਜੇ ਤੁਸੀਂ ਰੋਜ਼ ਬੈਠੋਗੇ, ਕਿਸੇ ਦਾ ਮਨ ਨਹੀਂ ਹੁੰਦਾ, ਮੇਰਾ ਕਦੇ ਮਨ ਨਹੀਂ ਸੀ, ਕਿਸੇ ਦਾ ਮਨ ਨਹੀਂ ਯਾਰ ਰੋਜ਼ ਜਿਹੜੇ 8 ਤੇ 10 ਘੰਟੇ ਤੁਸੀਂ ਰੋਜ਼ ਬੈਠਣਾ ਇੱਕ ਜਗ੍ਹਾ, ਇੱਕ ਹੀ ਚੀਜ਼ ਪੜ੍ਹੇ ਜਾਣਾ. ਫਿਰ ਜੇ ਤੁਹਾਨੂੰ ਪਤਾ ਵੀ ਨਹੀਂ ਪਾਸ ਹੋਊਗੀ ਕਿ ਨਹੀਂ ਹੋਊਗੀ, ਸਾਲ 'ਚ ਇੱਕ ਵਾਰੀ ਹੋਣਾ, ਕਦੇ ਕਦੇ 2 ਸਾਲ ਲੱਗ ਜਾਣੇ. ਜਿਵੇਂ ਮੇਰਾ ਪਹਿਲਾ ਅਟੈਂਪਟ ਸੀ 24 ਅਕਤੂਬਰ 2021 ਨੂੰ ਉਹਦਾ ਪ੍ਰੀਲਿਮਸ ਦਿਆ ਸੀ ਮੈਂ. ਇਸ ਸਾਲ ਫਰਵਰੀ 'ਚ ਉਹਦਾ ਰਿਜ਼ਲਟ ਨਿਕਲਿਆ, 2 ਸਾਲ. ਸੋ ਸਮਟਾਈਮਸ ਯੂ ਹੈਵ ਟੂ ਬੇਅਰ ਦ ਸਫਰਿੰਗ ਐਜ਼ ਦੇ ਸੇ ਸਮਟਾਈਮਸ. ਸੋ ऐसी कोई मोटिवेशन नहीं, मतलब मैं कहना लवांगा कि कुछ आसमानी आ जाऊगा या कोई ਤੁਹਾਨੂੰ बैठ के खुद ही पढ़ा लूगा. आपे बहना ਤੁਹਾਨੂੰ आपे फिक्र अपनी आप ही करनी पऊगी, कोई ਤੁਹਾਡੀ हेल्प करने नहीं आने वाला. आपे बहुत सारे ਅੱਜ ਸਾਰਿਆਂ ਕੋਲ ਇੰਟਰਨੈਟ ਅਵੇਲੇਬਲ ਆ, ਇੰਟਰਨੈਟ ਤੇ ਰਿਸੋਰਸਿਸ ਅਵੇਲੇਬਲ ਨੇ. ਤੁਸੀਂ ਇੱਕ ਵਾਰ ਮਨ ਬਣਾ ਲਓ, ਐਸਾ ਕੁਛ ਨਹੀਂ ਜੇ ਤੁਸੀਂ ਅਚੀਵ ਨਹੀਂ ਕਰ ਸਕਦੇ. ਮੈਨੂੰ ਲੱਗਦਾ ਐਸਾ ਕੁਛ ਨਹੀਂ ਜੇ ਤੁਸੀਂ ਅਚੀਵ ਨਹੀਂ ਕਰ ਸਕਦੇ. ਇੱਕ ਵਾਰੀ ਬੈਠੋ, ਮਨ ਬਣਾ ਲਓ. ਸਫਰਿੰਗਸ ਯੂ ਹੈਵ ਟੂ ਗੋ ਥਰੂ ਸਫਰਿੰਗਸ, ਐਜ਼ ਬੁੱਧਾ ਸੇਜ਼ ਲਾਈਫ ਇਜ਼ ਫੁੱਲ ਆਫ ਸਫਰਿੰਗ. ਅਤੇ ਸਾਡੀ ਵੀ ਗੁਰਬਾਣੀ 'ਚ ਕਾਫੀ ਵਾਰ ਦਾ ਜ਼ਿਕਰ ਹੋਇਆ ਹੈ ਕਿ ਸਫਰਿੰਗਸ ਇਜ਼ ਨੈਸੈਸਰੀ. ਤੁਹਾਨੂੰ ਸਫਰ ਕਰਨਾ ਪੈਣਾ ਹੈ. ਜੇ ਤੁਹਾਨੂੰ ਕੁਛ ਚਾਹੀਦਾ, ਸਫਰ ਤੁਹਾਨੂੰ ਨੈਸੈਸਰੀ ਹੋਤਾ ਹੈ. ਸੋ ਆਈ ਡੂ ਥਿੰਕ ਸੋ ਦੈਟ ਇਫ ਯੂ ਵਾਂਟ ਟੂ ਮਤਲਬ ਡੂ ਐਨੀਥਿੰਗ ਇਨ ਦਿਸ ਲਾਈਫ ਯੂ ਹੈਵ ਟੂ ਗੋ ਥਰੂ ਸਫਰਿੰਗਸ. ਬਿਲਕੁਲ ਜੀ. ਸੋ ਇਹ ਬਹੁਤ ਹੀ ਸੋਹਣਾ ਸੁਝਾਅ ਸਾਨੂੰ ਵੀਰ ਜੀ ਪਾਸੋਂ ਮਿਲਿਆ ਕਿ ਆਪਾਂ ਕਿਸ ਤਰ੍ਹਾਂ ਇਹਨੂੰ ਚਲਾ ਸਕਦੇ ਹਾਂ. ਭਾਈ ਸਾਹਿਬ, ਤੁਸੀਂ ਪਰਿਵਾਰਕ ਤੌਰ 'ਤੇ ਤੁਸੀਂ ਸਾਨੂੰ ਦੱਸੋ ਕਿ ਪਰਿਵਾਰ ਦਾ ਕਿਸ ਤਰ੍ਹਾਂ ਦਾ ਰੋਲ ਰਿਹਾ ਇਸ ਸਮੇਂ ਦੇ ਵਿੱਚ ਤੁਹਾਡੇ ਨਾਲ? ਅਤੇ ਲਾਸਟ ਈਅਰ ਵਾਜ਼ ਕੁਆਇਟ ਡਿਫੀਕਲਟ. ਮੈਂ ਤੁਹਾਨੂੰ ਕਹਾਂਗਾ ਕਿ ਕੁਛ ਮੈਡੀਕਲ ਪ੍ਰੋਬਲਮ ਆ ਗਈ ਸੀ ਮਦਰ ਨੂੰ. ਉਹਨਾਂ ਨੂੰ ਸਟੇਜ 3 CA ਸੀ
ਤੇ ਮੇਰਾ ਪ੍ਰੀ ਤੋਂ ਲਗਭਗ 6 ਦਿਨ ਪਹਿਲੇ ਮੈਂ ਹਸਪਤਾਲ 'ਚ ਹੀ ਸੀ ਤੇ ਰਾਤ ਨੂੰ ਹੀ 2-3 ਘੰਟੇ ਪੜ੍ਹ ਲੈਂਦਾ ਸੀ ਤੇ ਅਗਲੇ ਦਿਨ ਮੇਰਾ ਪ੍ਰੀ ਸੀ। ਇਵਨ ਕਿ ਮੇਨਸ ਤੇ ਇੱਕ ਦਿਨ ਪਹਿਲੇ ਮੈਂ ਹਸਪਤਾਲ 'ਚ ਸੀ 2 ਦਿਨ ਕੰਟੀਨਿਊਸ। ਉਹ ਲਾਸਟ ਸਾਈਕਲ ਸੀ ਮਦਰ ਦਾ, ਬਟ ਵਾਹਿਗੁਰੂ ਦੀ ਮਿਹਰ ਸੀ ਤੇ ਮਾਪਿਆਂ ਦੀ ਵੀ ਕਿਰਪਾ ਸੀ ਤੇ ਪੜ੍ਹ ਲਿਆ ਕੁਛ ਨਾ ਕੁਛ, ਥੋੜ੍ਹਾ ਜਿਹਾ ਜੁਗਾੜ ਕਰ ਲਿਆ ਇੱਧਰ ਬੈਠੇ, ਕਿਉਂਕਿ ਪਿਛਲੀ ਵਾਰ ਦਿੱਤਾ ਸੀ ਐਗਜ਼ਾਮ, ਮੈਨੂੰ ਪਤਾ ਸੀ ਆਉਣਾ ਕੀ ਹੈ। ਤੁਹਾਨੂੰ ਪਤਾ ਇੱਕ ਆਈਡੀਆ ਸੀ ਕਿ ਤੁਸੀਂ ਕਿੰਨਾ ਪ੍ਰਿਪੇਅਰ ਕਰਨਾ, ਤੁਸੀਂ ਕਿਹੜੇ ਸੋਰਸਿਸ ਲੈਣੇ ਆ। ਪਹਿਲੀ ਵਾਰ ਥੋੜ੍ਹਾ ਮੁਸ਼ਕਿਲ ਹੋ ਜਾਂਦਾ, ਤੁਹਾਨੂੰ ਪਤਾ ਨਹੀਂ ਕਿਹੜਾ ਟਾਈਪ ਦਾ ਪੇਪਰ ਆਊਗਾ। ਦੂਜਾ ਥੋੜ੍ਹਾ ਆਈਡੀਆ ਸੀ ਤੇ ਉੱਦਾਂ ਹੀ ਫੋਕਸ ਲਿਆ, ਥੋੜ੍ਹਾ ਸਾ ਨੋਟਸ ਉਠਾਇਆ, ਥੋੜ੍ਹਾ ਉੱਧਰੋਂ ਉਠਾਇਆ, ਥੋੜ੍ਹਾ ਉੱਧਰੋਂ ਉਠਾਇਆ ਤੇ ਵਾਹਿਗੁਰੂ ਦੀ ਮਿਹਰ ਨਾਲ ਦੇ ਦਿੱਤਾ ਪੇਪਰ। 6-6 ਘੰਟੇ ਦੇ ਪੇਪਰ ਹੁੰਦੇ ਨੇ, 3-3 ਘੰਟੇ ਦੇ 2 ਪੇਪਰ ਹੁੰਦੇ, ਪੇਪਰ 2 ਇੱਕ ਹੀ ਦਿਨ ਹੁੰਦਾ ਹੈ। ਮੈਨੂੰ ਅਜੇ ਵੀ ਯਾਦ ਹੈ ਲਾਸਟ ਦਿਨ ਸੀ, ਪਹਿਲਾ ਪੇਪਰ ਸੀ, ਲਾਸਟ ਦਿਨ ਪੂਰੀ ਰਾਤ ਮੈਂ ਜਾਗ ਹੀ ਰਿਹਾ ਸੀ। ਮਦਰ ਦੀ ਥੋੜ੍ਹੀ ਕੰਡੀਸ਼ਨ ਥੋੜ੍ਹੀ ਵਰਸ ਸੀ ਤੇ ਬਟ ਹੋ ਗਿਆ ਜੀ। ਮੈਂ ਨਾ ਤੁਹਾਡੀ ਰੰਗ ਵੀ ਲਾਈ ਹੈ ਜੀ, ਜੋ ਸਾਨੂੰ ਸਾਹਮਣੇ ਦਿਖ ਰਿਹਾ ਹੈ। ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਅਰਦਾਸ ਇਹ ਵੀ ਕਰਦੇ ਹਾਂ ਕਿ ਤੁਹਾਨੂੰ ਅੱਗੇ ਹੋਰ ਉਪਲਬਧੀਆਂ ਜਿਹੜੀਆਂ ਨੇ ਇਸ ਤੋਂ ਅੱਗੇ ਬਖਸ਼ਣ ਜੀ। ਇਸ ਤੋਂ ਅੱਗੇ ਵੀ ਤੁਸੀਂ ਹੋਰ ਸਟੈਪ ਜਿਹੜਾ ਹੈ ਅੱਗੇ ਚੱਲ ਕੇ ਕੌਮ ਦੀ ਸੇਵਾ ਦੇ ਲਈ, ਪਰਿਵਾਰ ਦੇ ਲਈ ਹਮੇਸ਼ਾ ਹੀ ਤਤਪਰ ਰਹੋ। ਤੁਹਾਨੂੰ ਕੁਝ ਲੱਗਦਾ ਵਾ ਕਿ ਪਿਛਲੇ ਸਮੇਂ ਤੋਂ ਅਸੀਂ ਕਾਫੀ ਸਮੇਂ ਤੋਂ ਮੇਰੇ ਖਿਆਲ ਨਾਲ ਜੰਮੂ ਕਸ਼ਮੀਰ ਦੇ ਵਿੱਚ ਕੰਪੀਟੀਟਿਵ ਜੋ ਮਾਹੌਲ ਹੈ, ਆਪਾਂ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਖਾਸ ਕਰ ਸਾਡੀ ਕਸ਼ਮੀਰ ਸਿੱਖ ਬਰਾਦਰੀ, ਇਹਦਾ ਸਟੇਟਸ ਇੱਕ ਲੋ ਜਾ ਰਿਹਾ ਹੈ। ਕੁਝ ਕਾਰਨ ਲੱਗਦੇ ਨੇ ਤੁਹਾਨੂੰ? ਪਰਟੀਕੂਲਰਲੀ ਮਤਲਬ ਟੂ ਪੁਆਇੰਟ ਆਊਟ ਮੇਰੇ ਕੋ ਮਤਲਬ ਮੈਨੂੰ ਨਹੀਂ ਲੱਗਦਾ ਕਿ ਇੱਦਾਂ ਕੋਈ ਮੇਰੇ ਪਾਸ ਕੋਈ ਮੇਜਰ ਰੀਜ਼ਨ ਹੈ, ਬਟ ਮੈਨੂੰ ਲੱਗ ਰਿਹਾ ਕਿ ਅਸੀਂ ਕਾਫੀ ਟਾਈਮ ਸਪੈਂਡ ਕਰ ਰਹੇ ਹਾਂ ਫੋਨਸ 'ਤੇ, ਅਨਨੈਸੈਸਰੀ ਟਾਈਮ ਵੇਸਟ ਕਰ ਰਹੇ ਹਾਂ ਅਸੀਂ YouTube 'ਤੇ। ਉਹਨਾਂ ਨੇ ਸ਼ਾਰਟਸ ਬਣਾਤੇ, ਆਪਾਂ ਸਕਰੋਲ ਕਰਨ ਲੱਗ ਗਏ। ਉਹਨਾਂ ਨੇ ਇੰਸਟਾਗ੍ਰਾਮ 'ਤੇ ਰੀਲਸ ਬਣਾਤੀ, ਆਪਾਂ ਸਕਰੋਲ ਕਰਨ ਲੱਗ ਪਏ। ਸਭ ਤੋਂ ਪਹਿਲਾ ਸਟੈਪ ਜੋ ਮੈਨੂੰ ਲੱਗਦਾ ਨੈਸੈਸਰੀ ਹੈ, ਯੂ ਹੈਵ ਟੂ ਗੋ ਆਫ ਦ ਗ੍ਰਿਡ। ਤੁਹਾਨੂੰ ਨੈਸੈਸਰੀ ਹੈ ਕਿ ਤੁਸੀਂ ਜਿਹੜਾ ਫੋਨ ਚਲਾ ਰਹੇ ਹੋ। ਮੈਂ ਅਜੇ ਮੈਨੂੰ ਯਾਦ ਹੈ, ਮੈਂ ਵਿੱਚੋਂ 2-1 ਮਹੀਨੇ RCA ਕੋਚਿੰਗ ਅਕੈਡਮੀ ਹੈ ਇੱਥੇ ਜਾਮੀਆ ਦੀ, ਮੈਂ 1.5 ਮਹੀਨੇ ਉੱਥੇ ਸਟੇ ਕਰਿਆ ਸੀ। ਉੱਥੋਂ ਦੇ ਇੱਕ ਮੁੰਡੇ ਨੂੰ ਇਹ ਬਲੈਕ ਐਂਡ ਵਾਈਟ ਫੋਨ ਸੀ ਕੋਲ, UPSC ਦਾ ਮੁੰਡਾ ਸੀ, ਉਹਨੇ ਬਲੈਕ ਐਂਡ ਵਾਈਟ ਫੋਨ ਰੱਖਿਆ ਸੀ ਆਪਾਂ ਕੋਲ। ਉਹਨੇ ਫੋਨ ਹੁਣ ਸਾਰਾ ਕੱਟ ਕਰਤਾ ਸੀ, ਉਹਨੇ UPSC ਦਾ ਮੁੰਡਾ ਸੀ, ਉਹਨੇ ਬਲੈਕ ਐਂਡ ਵਾਈਟ ਫੋਨ ਹੀ ਹੈਡ ਕੈਪਟ ਵਿਦ ਹਿਮ। ਸੋ ਮਤਲਬ ਦਿਸ ਲੈਵਲ ਆਫ ਡੈਡੀਕੇਸ਼ਨ ਯੂ ਨੀਡ ਇਫ ਯੂ ਵਾਂਟ ਟੂ ਕਲੀਅਰ ਦ ਐਗਜ਼ਾਮ। ਬਾਕੀ ਉਹਨੇ ਲੈਪਟਾਪ ਰੱਖਿਆ ਸੀ, ਉਦੋਂ YouTube ਐਕਸੈਸ ਕਰ ਲੈਂਦਾ ਸੀ ਜਦੋਂ ਜਾਂਦਾ ਸੀ, ਬਟ ਦੇਅਰ ਵਾਜ਼ ਨੈਵਰ ਸਕਰੋਲਿੰਗ। ਮੁੰਡਾ ਬਹਿੰਦਾ ਸੀ 10-10 ਘੰਟੇ 12-12 ਘੰਟੇ ਪੜ੍ਹਨ ਲਈ। ਸੋ ਯੂ ਹੈਵ ਟੂ ਡੂ ਦੀਸ ਥਿੰਗ, ਦੀਜ਼ ਆਰ ਨੈਸੈਸਰੀ ਸਟੈਪਸ। ਮਤਲਬ ਐਸਾ ਕਦੇ ਨਹੀਂ ਹੋ ਸਕਦਾ ਤੁਸੀਂ ਬੈਠੋਗੇ ਇੱਕ ਜਗ੍ਹਾ ਤੇ ਫਿਰ ਤੁਸੀਂ ਸਕਰੋਲ ਹੀ ਕਰੇ ਜਾ ਰਹੇ ਹੋ। ਇਸ ਲਈ ਆਪਣੀ ਡੈਡੀਕੇਸ਼ਨ ਨੂੰ ਸਾਹਮਣੇ ਰੱਖਣਾ ਪੈਣਾ, ਤਾਂ ਹੀ ਜਾ ਕੇ ਇਹ ਚੀਜ਼ਾਂ ਜਿਹੜੀਆਂ ਨੇ ਅਚੀਵ ਹੁੰਦੀਆਂ ਨੇ। ਸੋ ਵਿਚਾਰਾਂ ਤੁਹਾਡੇ ਨਾਲ ਆਪਾਂ ਸਾਂਝ ਕਰ ਰਹੇ ਹਾਂ, ਬੜਾ ਮਨ ਵੀ ਖੁਸ਼ ਹੋ ਰਿਹਾ ਹੈ ਔਰ ਤੁਹਾਡੀ ਤਿਆਰੀ ਨੂੰ ਵੇਖ ਕੇ, ਕਿਉਂਕਿ ਆਪਾਂ ਹੋਰ ਪੱਖੋਂ ਵੀ ਤੁਹਾਡੀ ਇਸ ਤਿਆਰੀ ਨੂੰ ਸੁਣਿਆ ਔਰ ਵੇਖਿਆ ਕਿ ਬੜੇ ਹਾਲਾਤਾਂ ਦੇ ਵਿੱਚੋਂ ਤੁਸੀਂ, ਜਿਵੇਂ ਤੁਸੀਂ ਆਪਣਾ ਜ਼ਿਕਰ ਕੀਤਾ ਕਿ ਮੈਡੀਕਲ ਕੰਡੀਸ਼ਨਸ ਨੂੰ, ਔਰ ਬੜੇ ਇਸ ਸਮੇਂ 'ਤੇ ਇੱਕ ਨਾ ਟੈਂਸ ਜਿਹਾ ਰਹਿ ਜਾਂਦਾ ਕਿ ਅਸੀਂ ਆਪਣੇ ਆਪ ਨੂੰ ਸਟੈਪ ਬੈਕ ਕਰ ਲੈਂਦੇ ਹਾਂ, ਪਰ ਤੁਸੀਂ ਦੈਟਸ ਵਾਈ ਆਈ ਥਿੰਕ ਯੂ ਨੀਡ ਸਮਥਿੰਗ ਡੀਪ ਦੈਟ ਇਜ਼ ਮਤਲਬ ਡੀਪ ਡਾਊਨ ਟੂ ਦ ਮਿਨਰਲਸ। ਮਿਨਰਲ ਲੈਵਲ ਤੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਇਹ ਕਿਉਂ ਕਰ ਰਹੇ ਹੋ, ਤੁਹਾਨੂੰ ਕੌਮ ਨੂੰ ਸਰਵ ਕਰਨਾ, ਤੁਹਾਨੂੰ ਕਿਸੇ ਚੀਜ਼ ਨੂੰ ਸਰਵ ਕਰਨਾ, ਤੁਸੀਂ ਆਪਣੀ ਲਾਈਫ ਕਿੱਦਾਂ ਅੱਗੇ ਸਪੈਂਡ ਕਰਨਾ ਚਾਹੁੰਦੇ ਹੋ। ਸੋ ਥੀਸ ਆਰ ਥਿੰਗਸ ਦੈਟ ਯੂ ਨੀਡ, ਯੂ ਕੈਨਟ ਜਸਟ stand up and like no I want status, I want power, so that these could be the motivation but they should not be the primary motive। ਇਹ ਜਿਹੜੇ ਇਹ ਸਾਰੇ ਨੇ ਪਹਿਲੀ ਪ੍ਰਾਇੋਰਟੀ ਨਹੀਂ ਹੋਣੇ ਚਾਹੀਦੇ। ਬਿਲਕੁਲ ਬਹੁਤ ਵਧੀਆ ਗੱਲ ਹੈ ਜੀ ਤੁਹਾਡੀ ਕਿ ਇਸ ਪੱਖੋਂ ਆਪਾਂ ਬੜੇ ਘੱਟ ਸੋਚ ਰਹੇ ਹਾਂ ਔਰ ਜੋ ਅੰਡਰਸਟੈਂਡਿੰਗ ਦਾ ਲੈਵਲ ਆ ਉਹ ਇੱਥੋਂ ਹੀ ਸ਼ੁਰੂ ਹੁੰਦਾ ਵਾ ਜੀ। ਤੇ ਜਦੋਂ ਆਪਾਂ ਉਸ ਪੱਖ ਨੂੰ ਲੈ ਲਵਾਂਗੇ ਤੇ ਸਾਡਾ ਜਿਹੜਾ ਇਹ ਕੋਈ ਮੁਸ਼ਕਿਲ ਨਹੀਂ ਹੈ ਜਿਸ ਹਿਸਾਬ ਨੂੰ ਮੈਂ ਲੈ ਕੇ ਚੱਲ ਰਿਹਾ। ਅੱਜ ਸਾਡੇ ਵਿੱਚ ਇਹ ਧਾਰਨਾ ਬਣ ਗਈ ਹੈ ਦਿਮਾਗ ਦੇ ਵਿੱਚ ਕਿ ਆਪਾਂ ਆਪਣੇ ਉਸ ਸਟੈਪ ਤੋਂ ਨਾ, ਜਦੋਂ ਆਪਾਂ ਆਪਣੇ ਹਾਇਰ ਸਟੱਡੀਜ਼ ਕੰਪਲੀਟ ਕਰ ਦਿੰਦੇ ਹਾਂ, ਉਸ ਤੋਂ ਬਾਅਦ ਸਾਡਾ ਜਿਹੜਾ ਇੱਕ ਮੋਟਿਵ ਰਹਿਣਾ ਚਾਹੀਦਾ ਵਾ ਕਿ ਆਪਣੇ ਕਰੀਅਰ ਨੂੰ ਮੁੱਖ ਰੱਖ ਕੇ ਆਪਾਂ ਜਿਸ ਚੀਜ਼ ਨੂੰ ਹਥਿਆਉਣ ਜਾ ਰਹੇ ਹਾਂ ਕਿ ਸਾਡੀ ਉਹਦੇ ਨਾਲ ਪੂਰੀ ਸਾਂਝ ਹੈ ਕਿ ਨਹੀਂ ਹੈ, ਸਾਡੀ ਤਿਆਰੀ ਪੂਰੀ ਹੈ ਕਿ ਨਹੀਂ ਹੈ। ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਤਿਆਰ ਕਰ ਚੁੱਕੇ ਸੀ, ਸੋ ਮੈਂ ਇਹੀ ਜਿਹੜਾ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ। ਪ੍ਰਪਰੇਸ਼ਨ ਤੁਸੀਂ ਕਿਵੇਂ ਕਹਿੰਦੇ ਹੋ, ਅਗਰ ਕੋਈ ਐਸਪਾਇਰੈਂਟ ਜਿਹੜਾ ਹੈ ਉਹ ਆਪਣੇ ਆਪ ਨੂੰ ਤਿਆਰ ਕਰਨਾ ਚਾਹੁੰਦਾ ਹੈ, ਕੋਈ ਛੋਟੀ ਜਿਹੀ ਜ਼ਰੂਰ ਐਡਵਾਈਸ ਤੁਸੀਂ ਉਹਨੂੰ ਦੇ ਦਿਓ। ਸਭ ਤੋਂ ਪਹਿਲੇ ਤਾਂ ਮੈਂ ਲਾਈਕ ਦਿਸ ਇਜ਼ ਦੀ ਸਮਨ ਬੋਰਨ ਮੈਂ ਕਹਾਂਗਾ ਕਿ ਤੁਹਾਨੂੰ ਸਿਲੇਬਸ ਯਾਦ ਹੋਣਾ ਚਾਹੀਦਾ। ਤੁਸੀਂ ਕਿਸੇ ਦਾ ਵੀ ਵੇਖ ਲਓ, ਕਿਹੜੇ ਵੀ ਟੌਪਰ ਦਾ ਤੁਸੀਂ ਵੇਖ ਲਓ ਇੰਟਰਵਿਊ, ਤੁਹਾਨੂੰ ਇਹੀ ਕਹੇਗਾ ਪਹਿਲੇ ਸਿਲੇਬਸ ਪੜ੍ਹ ਲਓ। ਜਦੋਂ ਤੱਕ ਤੁਹਾਨੂੰ ਸਿਲੇਬਸ ਕਲੀਅਰ ਨਹੀਂ, ਤੁਸੀਂ ਨਿਊਜ਼ਪੇਪਰਸ ਨਹੀਂ ਪੜ੍ਹ ਸਕਦੇ, ਤੁਸੀਂ ਸਿਲੇਬਸ ਤੁਸੀਂ ਵੀਡੀਓਜ਼ ਨਹੀਂ ਦੇਖ ਸਕਦੇ, ਕਿਹੜੀ ਵੀਡੀਓ ਵੇਖਣੀ ਕਿਹੜੀ ਵੀਡੀਓ ਛੱਡਣੀ ਹੈ। ਜਦੋਂ ਅਸੀਂ ਨਿਊਜ਼ਪੇਪਰ ਖੋਲ੍ਹਦੇ ਹਾਂ 16 ਪੰਨੇ ਦਾ ਪੇਜ ਆ, 16 ਪੰਨਿਆਂ ਦਾ ਨਿਊਜ਼ਪੇਪਰ ਆ। ਸੋ ਹਾਊ ਟੂ ਮਤਲਬ ਰੀਡ ਦਾ ਇੰਪੋਰਟੈਂਟ ਆਰਟੀਕਲਸ, ਉਹ ਤੁਹਾਨੂੰ ਕਦੋਂ ਪਤਾ ਚੱਲੇਗਾ
ਜਦੋਂ ਤੁਸੀਂ ਸਿਲੇਬਸ ਤੁਹਾਨੂੰ ਯਾਦ ਹੋਏਗਾ, ਜਦੋਂ ਤੁਹਾਨੂੰ ਸਾਰੇ ਕੁਐਸਚਨਸ ਯਾਦ ਹੋਣਗੇ। ਦੂਸਰੀ ਮੈਂ ਐਡਵਾਈਸ ਦੇਵਾਂਗਾ ਕਿ ਕਾਫੀ ਸਾਈਟਸ 'ਤੇ ਟੌਪਰਸ ਦੇ ਆਨਸਰ ਸਕ੍ਰਿਪਟਸ ਮੌਜੂਦ ਨੇ, ਅਤੇ ਤੁਸੀਂ ਨੇ ਕੀ ਕਰਨਾ, ਤੁਸੀਂ ਸਭ ਤੋਂ ਪਹਿਲੇ ਉਹ ਪੜ੍ਹ ਲੈਣੇ ਨੇ, ਅਤੇ ਜੇ ਤੁਸੀਂ ਪ੍ਰਿਪੇਅਰ ਕੀਤਾ ਤਾਂ ਯੂ ਹੈਵ ਟੂ ਰਾਈਟ ਡਾਊਨ, ਯੂ ਹੈਵ ਟੂ ਰਾਈਟ ਦੀਜ਼ ਆਨਸਰਸ ਐਂਡ ਤੁਸੀਂ ਕੰਪੇਅਰ ਕਰਨਾ ਕਿ ਤੁਹਾਡੀ ਪ੍ਰਿਪਰੇਸ਼ਨ ਕਿੱਥੇ ਹੈ ਅਤੇ ਮੇਰੀ ਕਿੱਥੇ ਹੈ। ਮੈਂ ਬਹੁਤ ਜ਼ਿਆਦਾ ਇਸ ਚੀਜ਼ ਦਾ ਯੂਟੀਲਾਈਜ਼ ਕੀਤਾ। 6 to 12th ਨੈਸੇਸਰੀ ਨਹੀਂ ਤੁਸੀਂ ਸਾਰੇ ਨੂੰ ਪ੍ਰਿਪੇਅਰ ਕਰੋ, ਜਿਓਗ੍ਰਾਫੀ ਦੀ 6 to 12th ਨੈਸੇਸਰੀ ਹੈ, ਬਾਕੀ ਹਿਸਟਰੀ 'ਚ ਨੈਸੇਸਰੀ ਨਹੀਂ। ਤੁਸੀਂ ਕਰ ਲਓ, ਤੁਸੀਂ RS ਸ਼ਰਮਾ ਪੜ੍ਹ ਲਓ ਅਤੇ ਮਾਡਰਨ ਸਪੈਕਟਰਮ ਤੋਂ ਕਰ ਲਓ, ਉਸ ਦਾ 6 to 12 ਕਰਨਾ ਨੈਸੇਸਰੀ ਨਹੀਂ ਹੈ। ਬਟ ਜਿਓਗ੍ਰਾਫੀ ਨੈਸੇਸਰੀ ਹੈ, ਕਿਉਂਕਿ ਜਿਓਗ੍ਰਾਫੀ ਤੁਸੀਂ ਵੇਖੋਗੇ ਪੇਪਰਸ, ਇਫ ਯੂ ਹੈਵਨਟ ਰੈਡ NCERTs ਤੁਹਾਡਾ ਕੋਈ ਕੁਐਸਚਨ ਹੀ ਨਹੀਂ ਨਿਕਲਣਾ, ਨਾ ਤੁਹਾਨੂੰ ਨਿਊਜ਼ ਸਮਝ ਆਉਣੀ ਹੈ। ਦੂਜਾ ਇੰਪੋਰਟੈਂਟ ਚੀਜ਼, ਤੀਜੀ ਇੰਪੋਰਟੈਂਟ ਚੀਜ਼ ਮੈਂ ਬੋਲਾਂਗਾ ਤਾਂ ਨਿਊਜ਼ਪੇਪਰਸ ਆਰ ਅ ਮਸਟ, ਬਟ ਯੂ ਕੈਨ ਆਲਸੋ ਮਤਲਬ ਸਬਸਟੀਟਿਊਟ ਦੈਮ ਵਿਦ ਅਦਰ ਥਿੰਗਸ। ਮਤਲਬ ਜਿਵੇਂ ਤੁਸੀਂ ਪੜ੍ਹ ਰਹੇ ਹੋ ਅਤੇ ਸਟਾਰਟਿੰਗ 'ਚ ਜੇ ਤੁਸੀਂ ਖਾਲੀ ਜਿਵੇਂ ਕਾਫੀ ਸਾਈਟਸ 'ਤੇ ਹੁੰਦੇ, ਵਿਜ਼ਨ IAS ਹੋ ਗਿਆ ਜਾਂ ਕਾਫੀ ਹੋਰ ਸਾਈਟਸ ਨੇ, ਉਹਦੇ ਮਟੀਰੀਅਲ ਤੁਸੀਂ ਯੂਜ਼ ਕਰ ਲਓ। ਕਰੰਟਲੀ ਮੰਥਲੀ ਅਫੇਅਰਸ ਹੁੰਦੇ ਆ, ਰੋਜ਼ ਦੇ ਅਪਲੋਡ ਐਵਰੀ ਮੰਥ, ਅਤੇ ਯੂ ਕੈਨ ਯੂਜ਼ ਦੈਮ। ਬਾਕੀ ਸਿਲੇਬਸ ਨੈਸੇਸਰੀ ਹੈ, ਜੇ ਤੁਸੀਂ ਇਹ 3-4 ਸਟੈਪ ਫੋਲੋ ਕਰੋਗੇ ਅਤੇ ਮੋਸਟ ਪ੍ਰੋਬੇਬਲੀ ਵਿਦ ਟਾਈਮ ਤੁਹਾਡਾ ਹੋ ਜਾਏਗਾ। ਸੋ ਬਹੁਤ ਹੀ ਸੋਹਣੇ ਵਿਚਾਰ, ਬੜੇ ਚੰਗੇ ਮਾਹੌਲ ਦੇ ਵਿੱਚ ਵੀਰ ਜੀ ਪਾਸੋਂ ਸੁਣੇ ਨੇ ਅਸੀਂ, ਅਤੇ ਅੱਗੇ ਵੀ ਅਸੀਂ ਇਸ ਤਰ੍ਹਾਂ ਦੇ ਜੋ ਵਿਚਾਰ ਨੇ ਆਪ ਜੀ ਤੋਂ ਸੁਣਨਾ ਪੇਸ਼ ਕਰਾਂਗੇ। ਗੁਰੂ ਸਾਹਿਬ ਆਪ ਜੀ ਜਦੋਂ ਵੀ ਆਪਣੀ ਹੁਣ ਜਲਦੀ ਆਪਣੀ ਸਰਵਿਸ ਨੂੰ ਸ਼ੁਰੂ ਕਰੋਗੇ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਅਸੀਂ ਸਮਝਦੇ ਹਾਂ ਹੋਰ ਤਰੱਕੀਆਂ ਜਿਹੜੀਆਂ ਨੇ ਬਖਸ਼ਣ। ਸੋ ਜੋ ਆਪ ਜੀ ਦਾ ਸੁਝਾਅ ਸਾਡੀ ਕਮਿਊਨਿਟੀ ਦੇ ਲਈ, ਬਰਾਦਰੀ ਦੇ ਲਈ ਅਤੇ ਸਾਡੇ ਨੌਜਵਾਨਾਂ ਦੇ ਲਈ ਨੇ, ਜ਼ਰੂਰ ਦੱਸੋ ਜੀ। ਸਭ ਤੋਂ ਪਹਿਲੇ ਮੈਂ ਇਹ ਕਨਕਲੂਡ ਵਿੱਚ ਇਹ ਕਹਿਣਾ ਚਾਹਾਂਗਾ ਕਿ ਸਾਰੇ ਬੰਦੇ ਆਪਣੇ 'ਚ ਕੌਨਫੀਡੈਂਸ ਰੱਖਣ ਕਿ ਤੁਸੀਂ ਕਰ ਸਕਦੇ ਹੋ। ਮੈਂ ਜਿਵੇਂ ਤੁਹਾਨੂੰ ਪਹਿਲੀ ਤੁਹਾਡੇ ਨਾਲ ਗੱਲ ਸਾਂਝੀ ਕਰ ਰਿਹਾ ਸੀ ਕਿ ਮੈਨੂੰ ਜਦੋਂ ਮੈਂ ਆਪ 11th 12th ਪੜ੍ਹਦਾ ਸੀ, ਆਈ ਡਿਡਨਟ ਹੈਵ ਦਾ ਕੌਨਫੀਡੈਂਸ ਕਿ ਮੈਂ ਪਰਸਿਊ ਕਰਾਂ। ਮੈਂ ਬਸ ਸਾਰੀ ਸਿੱਖ ਕਮਿਊਨਿਟੀ ਨੂੰ ਇਹ ਕਹਿਣਾ ਚਾਹਾਂਗਾ ਕਿ ਤੁਹਾਡੇ 'ਚ ਯੂ ਹੈਵ ਦਾ ਪੋਟੈਂਸ਼ੀਅਲ, ਔਰ ਜੇ ਤੁਸੀਂ ਟਾਈਮ ਪੁੱਟ ਇਨ ਕਰੋਗੇ, ਜੇ ਤੁਸੀਂ ਹਾਰਡ ਵਰਕ ਪੁੱਟ ਇਨ ਕਰੋਗੇ, ਅਤੇ ਕੰਸਿਸਟੈਂਸੀ ਇਜ਼ ਦਾ ਕੀ ਟੂ ਸਕਸੈਸ। ਐਜ਼ ਦੇ ਮਤਲਬ ਡਿਸਿਪਲਿਨ ਰਹਿਣਾ, ਸਵੇਰੇ ਤੋਂ ਸ਼ਾਮੀ ਤੋਂ ਨਹੀਂ ਕੰਟੀਨਿਊਸਲੀ ਟਰਾਈ ਕਰਨਾ ਕਿ ਪੜ੍ਹਾਈ ਕਰ ਸਕੇ। ਐਸਾ ਨਹੀਂ ਖਾਲੀ ਪੜ੍ਹਨਾ ਹੀ ਆ, ਹੋਰ ਐਕਟੀਵਿਟੀਜ਼ ਵਿੱਚ ਇੰਗੇਜ ਹੋ ਜਾਓ, ਗੁਰੂ ਦੀ ਸੇਵਾ ਕਰੋ, ਬਾਕੀ ਵਰਕਆਊਟ ਕਰ ਲਓ, ਜੇ ਤੁਹਾਨੂੰ ਪਸੰਦ ਆ ਉਹ ਵੀ ਕਰੋ, ਬਟ ਨੈਸੇਸਰੀ ਤੁਸੀਂ ਪਰਫੈਕਟ ਇੱਕ ਸਟਿਪੂਲੇਟਡ ਟਾਈਮ ਇਹਦੇ ਵਿੱਚ ਸਪੈਂਡ ਕਰੋ ਅਤੇ ਉਹਦੇ ਕੰਸਿਸਟੈਂਟ ਰਹੋ। ਅੱਜ ਨਹੀਂ ਅਤੇ ਕੱਲ੍ਹ ਨਹੀਂ, ਪਰਸੋਂ ਤੋਂ ਹੀ ਹੋ ਹੀ ਜਾਏਗਾ, ਕਦੇ ਨਾ ਕਦੇ ਹੋ ਹੀ ਜਾਂਦਾ। ਤੁਸੀਂ ਕੰਟੀਨਿਊਸਲੀ ਹਾਰਡ ਵਰਕ ਪੁੱਟ ਇਨ ਕਰੋ ਅਤੇ ਡੈਫੀਨੇਟਲੀ ਗੁਰੂ ਮਹਾਰਾਜ ਆਪੇ ਮਿਹਰ ਕਰਨਗੇ। ਅਤੇ ਬਸ ਅਤੇ ਇਹੀ ਮੇਰਾ ਸੁਝਾਅ ਹੈ ਸਾਰੀ ਕੌਮ ਨੂੰ ਕਿ ਹਾਰਡ ਵਰਕ ਪੁੱਟ ਇਨ ਕਰਦੇ ਰਹੋ ਬਸ। ਠੀਕ ਹੈ ਜੀ, ਬਹੁਤ ਸੋਹਣੇ ਸੁਝਾਅ, ਬਹੁਤ ਸੋਹਣੀ ਵਿਚਾਰ ਮੇਰੇ ਵੀਰ ਤਰਨਜੀਤ ਸਿੰਘ ਜੀ ਨੇ ਦਿੱਤੀ ਹੈ, ਔਰ ਇਹਨਾਂ ਦੇ ਸੁਝਾਅ ਸੁਣ ਕੇ ਪ੍ਰੋਪਰ ਤੌਰ 'ਤੇ ਸਾਨੂੰ ਲੱਗੇ ਕਿ ਅੱਜ ਸਾਡੇ ਕੋਲ ਇੱਕ ਸਬਰ ਸੰਤੋਖ ਵਾਲੇ ਔਰ ਇੱਕ ਅੱਛੇ ਕਿਰਦਾਰ ਵਾਲੇ ਗੁਰਸਿੱਖ ਅਫੀਸਰ ਅੱਜ ਸਾਡੀ ਕਮਿਊਨਿਟੀ ਨੂੰ ਵੀ ਅਤੇ ਸਮਾਜ ਨੂੰ ਵੀ ਔਰ ਇਸ ਦੇਸ਼ ਦੇ ਨਿਜ਼ਾਮ ਦੇ ਵਿੱਚ ਵੀ ਆਪਣੀ ਸਰਵਿਸ ਨੂੰ ਸ਼ੁਰੂ ਕਰਨ ਜਾ ਰਹੇ ਨੇ। ਇਹਦੇ ਲਈ ਫਿਰ ਤੋਂ ਤੁਹਾਨੂੰ ਆਪਾਂ ਟੀਮ ਦੀ ਤਰਫ ਤੋਂ ਅਤੇ ਬਰਾਦਰੀ ਦੀ ਤਰਫ ਤੋਂ ਮੁਬਾਰਕ ਦਿੰਦੇ ਹਾਂ, ਅਤੇ ਇਸ ਤਰ੍ਹਾਂ ਹੀ ਆਪ ਜੀ ਦੇ ਅੱਗੇ ਵੀ ਬੇਨਤੀ ਕਰਦੇ ਹਾਂ ਕਿ ਕੋਈ ਵੀ ਇਹਨਾਂ ਦੀ ਜ਼ਿੰਦਗੀ ਨੂੰ, ਇਹਨਾਂ ਦੇ ਸਟਰਗਲ ਨੂੰ ਵੇਖ ਕੇ ਸਮਝ ਆ ਜਾਂਦਾ ਹੈ ਕਿ ਕੋਈ ਵੀ ਚੀਜ਼ ਸਾਡੇ ਲਈ ਮੁਸ਼ਕਿਲ ਤਦ ਤੱਕ ਨਹੀਂ ਬਣੇਗੀ ਜਦ ਤੱਕ ਅਸੀਂ ਉਹਨੂੰ ਮੁਸ਼ਕਿਲ ਸਮਝਣਾ ਬੰਦ ਨਹੀਂ ਕਰਾਂਗੇ। ਹਰ ਚੀਜ਼ ਸਾਡੇ ਆਪਣੀ ਹੋਣਗੀਆਂ ਜਦੋਂ ਆਪਾਂ ਉਹਦੇ ਨਾਲ ਰਲ ਜਾਵਾਂਗੇ, ਉਹਦੇ ਨਾਲ ਚੱਲਣਾ ਸਿੱਖ ਜਾਵਾਂਗੇ, ਔਰ ਇਹਨਾਂ ਨੇ ਬਾਖੂਬੀ ਉਸ ਚੀਜ਼ ਨੂੰ ਪਾਰ ਕੀਤਾ ਹੈ। ਆਪਾਂ ਵੀ ਆਓ ਇਸ ਤਰ੍ਹਾਂ ਹੀ ਆਪਣੀ ਮਿਹਨਤ ਨੂੰ ਅੱਗੇ ਵਧਾਉਂਦੇ ਚੱਲੀਏ ਅਤੇ ਕੌਮ ਅਤੇ ਸਮਾਜ ਦਾ ਨਾਮ ਉੱਚਾ ਕਰੀਏ। ਇੰਨੀ ਕੁ ਬੇਨਤੀ ਦੇ ਨਾਲ ਦਾਸ ਪ੍ਰਭਜੋਤ ਸਿੰਘ ਆਪ ਜੀ ਤੋਂ ਇਜਾਜ਼ਤ ਮੰਗਦਾ ਹੈ। ਆਪ ਜੀ ਵੇਖਦੇ ਰਹੋ ਜੀ ਇਸ ਤਰ੍ਹਾਂ ਹੀ ਵਿਰਸਾ ਚੈਨਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।